ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬੱਚਿਓ, ਅੱਜ ਬੇਟਾ ਆਪਾਂ ਆਪਣੀ 8ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਪਾਠ ਨੰਬਰ 13 ਭਗਤ ਕਬੀਰ ਜੀ ਬਾਰੇ ਗੱਲ ਕਰਾਂਗੇ। ਤੁਸੀਂ ਪਾਠ ਪੁਸਤਕ ਦੇ ਵਿੱਚ ਬਹੁਤ ਸਾਰੇ ਪਾਠ ਪੜ੍ਹਦੇ ਹੋ, ਜਿਨ੍ਹਾਂ ਵਿੱਚੋਂ ਕਈ ਕਹਾਣੀਆਂ ਹੁੰਦੀਆਂ ਨੇ, ਕਈ ਕਵਿਤਾਵਾਂ ਹੁੰਦੀਆਂ ਨੇ, ਕਈ ਜੀਵਨੀਆਂ ਹੁੰਦੀਆਂ ਨੇ, ਕਿਸੇ ਖਾਸ ਵਿਅਕਤੀ ਦੇ ਜੀਵਨ ਬਾਰੇ ਕੁਝ ਲਿਖਿਆ ਹੁੰਦਾ ਹੈ, ਕਈ ਲੇਖ ਵੀ ਹੁੰਦੇ ਆ। ਇਹ ਜਿਹੜਾ ਬੇਟਾ ਆਪਾਂ ਅੱਜ ਪਾਠ ਪੜ੍ਹਨਾ ਹੈ, ਇਹ ਆਪਣਾ ਪਾਠ 13 ਭਗਤ ਕਬੀਰ ਜੀ ਹਨ। ਇਹਦੇ ਵਿੱਚ ਭਗਤ ਕਬੀਰ ਜੀ ਬਾਰੇ ਦੱਸਿਆ ਹੋਇਆ ਹੈ। ਤੁਸੀਂ ਭਗਤ ਕਬੀਰ ਦਾ ਨਾਂ ਤਾਂ ਜ਼ਰੂਰ ਸੁਣਿਆ ਹੋਣਾ। ਅਸੀਂ ਕਬੀਰ ਦੇ ਦੋਹੇ ਆਮ ਹੀ ਆਪਣੇ ਤੋਂ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹੇ ਹੁੰਦੇ ਆ, ਪੜ੍ਹ ਕੇ ਇੱਥੋਂ ਤੱਕ ਪਹੁੰਚੇ ਆ। ਤਾਂ ਇਸ ਪਾਠ ਦੇ ਵਿੱਚ ਜੋ ਕੁਝ ਵੀ ਭਗਤ ਕਬੀਰ ਬਾਰੇ ਦੱਸਿਆ ਹੋਇਆ ਹੈ, ਮੈਂ ਤੁਹਾਨੂੰ ਹੁਣ ਉਹ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ। ਤੁਸੀਂ ਧਿਆਨ ਨਾਲ ਸੁਣਿਓ। ਕਬੀਰ ਜੀ ਦਾ ਜਨਮ ਬੇਟਾ 15ਵੀਂ ਸਦੀ ਵਿੱਚ ਹੋਇਆ ਸੀ। ਉਹਨਾਂ ਦੇ ਮਾਤਾ ਪਿਤਾ ਕੱਪੜਾ ਬੁਣਦੇ ਸੀ। ਜਦੋਂ ਉਹਨਾਂ ਦਾ ਜਨਮ ਹੋਇਆ ਸੀ, ਉਦੋਂ ਆਸੇ-ਪਾਸੇ ਸਾਰੇ ਸਮਾਜ ਦੇ ਵਿੱਚ ਜਾਤ ਪਾਤ ਬਹੁਤ ਜ਼ਿਆਦਾ ਪ੍ਰਚਲਿਤ ਸੀ। ਜਾਤ ਪਾਤ ਦੇ ਆਧਾਰ ਤੇ ਭੇਦਭਾਵ ਕੀਤਾ ਜਾਂਦਾ ਸੀ। ਛੋਟੀਆਂ ਜਾਤਾਂ ਵਾਲਿਆਂ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ। ਉਹਨਾਂ ਨੂੰ ਬਹੁਤ ਕੋਈ ਕੰਮਕਾਰ ਹੈ ਜਿਹੜਾ ਵੱਡਾ ਕੰਮ ਉਹ ਕਰਨ ਨਹੀਂ ਸੀ ਦਿੱਤਾ ਜਾਂਦਾ, ਜਿਵੇਂ ਪੜ੍ਹਾਈ ਲਿਖਾਈ ਨਹੀਂ ਸੀ ਉਹ ਕਰ ਸਕਦੇ। ਪਰ ਜਦੋਂ ਭਗਤ ਕਬੀਰ ਜੀ ਥੋੜ੍ਹੇ ਜਿਹੇ ਵੱਡੇ ਹੋਏ ਤਾਂ ਉਹਨਾਂ ਦੇ ਮਨ ਵਿੱਚ ਵੀ ਇੱਛਾ ਪ੍ਰਾਪਤ ਹੋਈ ਕਿ ਮੈਂ ਵੀ ਪੜ੍ਹਾਈ ਲਿਖਾਈ ਕਰਾਂ, ਮੈਨੂੰ ਵੀ ਗਿਆਨ ਪ੍ਰਾਪਤ ਹੋਵੇ। ਤਾਂ ਉਸ ਸਮੇਂ ਉਹਨਾਂ ਦਾ ਕੋਈ ਵੀ ਵਿਦਵਾਨ ਹੈ ਜਿਹੜਾ ਉਹ ਗੁਰੂ ਬਣਨਾ ਹੀ ਨਹੀਂ ਸੀ ਚਾਹੁੰਦਾ, ਕਿਉਂਕਿ ਭਗਤ ਕਬੀਰ ਜੀ ਦਾ ਜਨਮ ਉਸ ਸਮੇਂ ਨੀਵੀਂ ਸਮਝੀ ਜਾਤ ਦੇ ਵਿੱਚ ਹੋਇਆ ਸੀ। ਤਾਂ ਉਹਨਾਂ ਨੇ ਸੋਚਿਆ ਕਿ ਇੱਕ ਵਿਦਵਾਨ ਨੇ, ਜਿਨ੍ਹਾਂ ਦਾ ਨਾਂ ਹੈ ਰਾਮਾਨੰਦ, ਕਾਸ਼ੀ ਦੇ ਵਿੱਚ ਉਹ ਪੰਡਤ ਬਹੁਤ ਮਸ਼ਹੂਰ ਸੀ। ਤਾਂ ਉਹ ਜਾਤ ਪਾਤ ਦੇ ਖਾਤਮੇ ਵਿੱਚ ਵੀ ਵਿਸ਼ਵਾਸ ਰੱਖਦੇ ਸੀ। ਤਾਂ ਉਹਨਾਂ ਨੇ ਸੋਚਿਆ ਕਿ ਮੈਂ ਉਹਨਾਂ ਤੋਂ ਹੀ ਸਿੱਖਿਆ ਪ੍ਰਾਪਤ ਕਰੂੰਗਾ। ਪਰ ਉਹਨਾਂ ਨੇ ਕਬੀਰ ਜੀ ਨੂੰ ਮਨਾ ਕਰਤਾ। ਤਾਂ ਕਬੀਰ ਜੀ ਨੇ ਕੀ ਸੋਚਿਆ ਬੇਟਾ, ਕਿ ਉਹ ਹਰ ਰੋਜ਼ ਰਾਮਾਨੰਦ ਜੀ ਸਵੇਰੇ ਉੱਠ ਕੇ ਗੰਗਾ ਇਸ਼ਨਾਨ ਲਈ ਜਾਂਦੇ ਸੀ ਤੇ ਉਹਨਾਂ ਦੇ ਰਾਹ ਦੇ ਵਿੱਚ ਪੈ ਗਏ। ਇਹ ਉਹਨਾਂ ਨੇ ਇਸ ਲਈ ਕੀਤਾ ਤਾਂ ਜੋ ਕਬੀਰ ਜੀ ਦਾ ਉਹ ਗੁਰੂ ਬਣਨ ਦੇ ਲਈ ਤਿਆਰ ਹੋ ਜਾਣ, ਕਿਉਂਕਿ ਉਹਨਾਂ ਨੇ ਕਬੀਰ ਜੀ ਨੂੰ ਪਛਾਣਿਆ ਹੀ ਨਹੀਂ। ਤੇ ਉਹਨਾਂ ਨੇ ਉਹਨਾਂ ਨੂੰ ਕਿਹਾ, ਉੱਠ ਭਾਈ ਰਾਮ ਕਹਿ। ਇਹ ਕਹਿ ਕੇ ਉਹ ਅੱਗੇ ਚਲੇ ਗਏ ਤੇ ਕਬੀਰ ਜੀ ਆਪਣੇ ਘਰ ਆ ਗਏ। ਤਾਂ ਜਦੋਂ ਉਹ ਘਰ ਆ ਗਏ ਤਾਂ ਉਹਨਾਂ ਨੇ ਆਸੇ-ਪਾਸੇ ਲੋਕਾਂ ਨੂੰ ਦੱਸਣਾ ਸ਼ੁਰੂ ਕਰਤਾ ਕਿ ਰਾਮਾਨੰਦ ਦਾ ਮੈਂ ਸ਼ਾਗਿਰਦ ਹੈ। ਸ਼ਾਗਿਰਦ ਭਾਵ ਚੇਲਾ, ਉਹ ਮੇਰੇ ਗੁਰੂ ਹੈ। ਹੁਣ ਜਦੋਂ ਇਹ ਗੱਲ ਰਾਮਾਨੰਦ ਜੀ ਤੱਕ ਪਹੁੰਚੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਤੇਰਾ ਸ਼ਾਗਿਰਦ ਤੈਨੂੰ ਧਾਰਿਆ ਹੀ ਨਹੀਂ, ਤੇਰਾ ਗੁਰੂ ਬਣਨ ਦੇ ਲਈ ਤੈਨੂੰ ਕਿਹਾ ਹੀ ਨਹੀਂ, ਤੈਨੂੰ ਮੈਂ ਤਾਂ ਕੋਈ ਗਿਆਨ ਹੀ ਨਹੀਂ ਦਿੱਤਾ। ਤਾਂ ਫੇਰ ਕਬੀਰ ਜੀ ਨੇ ਉਹੀ ਸਾਰੀ ਦੀ ਸਾਰੀ ਘਟਨਾ ਸੁਣਾਈ ਕਿ ਤੁਸੀਂ ਮੈਨੂੰ ਕਿਹਾ ਤਾਂ ਸੀ ਕਿ ਉੱਠ ਭਾਈ ਰਾਮ ਕਹਿ। ਹੁਣ ਰਾਮਾਨੰਦ ਜੀ ਕਬੀਰ ਜੀ ਦੀ ਲਗਨ ਤੇ ਸ਼ਰਧਾ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਉਹਨਾਂ ਦਾ ਜਿਹੜਾ ਗੁਰੂ ਬਣਨਾ ਸਵੀਕਾਰ ਕਰ ਲਿਆ ਤੇ ਉਹਨਾਂ ਨੂੰ ਗਿਆਨ ਸਿੱਖਿਆ ਦੇਣੀ ਸ਼ੁਰੂ ਕਰਤੀ। ਕਬੀਰ ਜੀ ਬੇਟਾ ਅਜਿਹੇ ਭਗਤ ਸੀ ਜਿਨ੍ਹਾਂ ਨੇ ਸਾਰੀ ਉਮਰ ਕਿਰਤ ਕੀਤੀ, ਭਾਵ ਹੱਥ ਦੇ ਨਾਲ ਕੰਮ ਕੀਤਾ। ਉਹ ਹਮੇਸ਼ਾ ਹੀ ਨੇਕੀ 'ਚ ਭਰੋਸਾ ਰੱਖਣ ਦਾ ਉਪਦੇਸ਼ ਦਿੰਦੇ ਸੀ ਤੇ ਉਹਨਾਂ ਦੇ ਅਨੁਸਾਰ ਨੇਕੀ ਹੈ ਜਿਹੜੀ ਉਹ ਸਭ ਤੋਂ ਵੱਡੀ ਸੀ। ਉਹ ਚਾਹੁੰਦੇ ਸੀ ਕਿ ਸਾਰੇ ਲੋਕ ਆਪਣੇ ਹੱਥਾਂ ਨਾਲ ਆਪ ਕੰਮ ਕਰਨ, ਕਿਉਂਕਿ ਕੋਈ ਵੀ ਕੰਮ ਹੈ ਜਿਹੜਾ ਉਹ ਵੱਡਾ ਛੋਟਾ ਨਹੀਂ ਹੁੰਦਾ, ਤੇ ਸਾਰੇ ਦੇ ਸਾਰੇ ਸੱਚਾਈ ਦੇ ਰਸਤੇ ਤੇ ਚੱਲਣ। ਕਿਉਂਕਿ ਜਿਹੜਾ ਆਦਮੀ ਸੱਚੇ ਅਸੂਲਾਂ ਤੇ ਦ੍ਰਿੜ ਰਹਿੰਦਾ ਹੈ, ਉਹਨਾਂ ਦੇ ਅਨੁਸਾਰ ਉਹ ਹੀ ਅਸਲੀ ਸੂਰਮਾ ਹੁੰਦਾ।
ਉਸ ਸਮੇਂ ਬੇਟਾ ਜਦੋਂ ਭਗਤ ਕਬੀਰ ਜੀ ਦਾ ਸਮਾਂ ਸੀ ਤਾਂ ਆਮ ਹੀ ਇਹ ਮੰਨਿਆ ਜਾਂਦਾ ਸੀ ਕਿ ਜਿਹੜੇ ਵਿਅਕਤੀ ਦੀ ਮੌਤ ਕਾਸ਼ੀ ਦੇ ਵਿੱਚ ਹੁੰਦੀ ਹੈ ਉਹ ਤਾਂ ਸਵਰਗਾਂ ਨੂੰ ਜਾਂਦਾ ਹੈ, ਤੇ ਨੇੜੇ ਹੀ ਇੱਕ ਹੋਰ ਨਗਰ ਸੀ ਜਿਹਦਾ ਨਾਂ ਸੀ ਮਗਹਰ, ਜਿਹਦੀ ਉੱਥੇ ਮੌਤ ਹੁੰਦੀ ਹੈ ਉਹ ਨਰਕ ਨੂੰ ਜਾਂਦਾ। ਪਰ ਭਗਤ ਕਬੀਰ ਦੀ ਸੋਚ ਸੀ ਕਿ ਸਾਰੀ ਧਰਤੀ ਹੈ ਜਿਹੜੀ ਉਹ ਇੱਕ ਬਰਾਬਰ ਹੈ। ਇਹ ਨਹੀਂ ਕਿ ਇੱਕ ਜਗ੍ਹਾ ਤੇ ਮਰਨ ਵਾਲਾ ਸਵਰਗਾਂ ਨੂੰ ਜਾਊਗਾ, ਦੂਜੀ ਥਾਂ ਤੇ ਮਰਨ ਵਾਲਾ ਨਰਕਾਂ ਨੂੰ ਜਾਊਗਾ। ਇਹ ਗੱਲ ਨੂੰ ਉਹ ਸਿੱਧ ਵੀ ਕਰਨਾ ਚਾਹੁੰਦੇ ਸੀ। ਤਾਂ ਇਸ ਕਰਕੇ ਉਹ ਜਦੋਂ ਉਹਨਾਂ ਦੀ ਵੱਡੀ ਉਮਰ ਹੋਈ ਤਾਂ ਉਹ ਮਗਹਰ ਦੇ ਵਿੱਚ ਪਹੁੰਚ ਗਏ ਤੇ ਉੱਥੇ ਹੀ ਉਹਨਾਂ ਦਾ ਦੇਹਾਂਤ ਹੋਇਆ। ਅਜਿਹਾ ਉਹਨਾਂ ਨੇ ਸਿਰਫ ਇਹ ਸਿੱਧ ਕਰਨ ਲਈ ਕੀਤਾ ਕਿ ਸਾਰੀ ਦੀ ਸਾਰੀ ਧਰਤੀ ਹੈ ਜਿਹੜੀ ਉਹ ਇੱਕੋ ਜਿਹੀ ਹੈ। ਇਹ ਨਹੀਂ ਕਿ ਕਿਸੇ ਜਗ੍ਹਾ ਤੇ ਜਾ ਕੇ ਜੇਕਰ ਕਿਸੇ ਦੀ ਮੌਤ ਹੁੰਦੀ ਹੈ ਉਹ ਸਵਰਗ ਨੂੰ ਜਾਂਦਾ ਹੈ ਤੇ ਦੂਸਰੀ ਜਗ੍ਹਾ ਤੇ ਉਹ ਨਰਕ ਨੂੰ ਜਾਂਦਾ। ਉਦੋਂ ਬੇਟਾ ਹਿੰਦੂ ਤੇ ਮੁਸਲਮਾਨ ਦੋਨਾਂ ਧਰਮਾਂ ਦੇ ਲੋਕ ਹੈ ਜਿਹੜੇ, ਉਹਨਾਂ ਵਿੱਚ ਕਬੀਰ ਜੀ ਹਰਮਨ ਪਿਆਰੇ ਸੀ। ਇਸ ਕਰਕੇ ਜਦੋਂ ਉਹਨਾਂ ਦੀ ਮੌਤ ਹੋਈ ਤਾਂ ਮੁਸਲਮਾਨ ਚਾਹੁੰਦੇ ਸੀ ਕਿ ਉਹਨਾਂ ਨੂੰ ਦਫਨਾਇਆ ਜਾਵੇ ਤੇ ਹਿੰਦੂ ਚਾਹੁੰਦੇ ਸੀ ਕਿ ਉਹਨਾਂ ਦੇ ਸਰੀਰ ਨੂੰ ਅਗਨ ਭੇਟ ਕੀਤਾ ਜਾਵੇ। ਪਰ ਭਗਤ ਕਬੀਰ ਹੈ ਜਿਹੜੇ, ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੁਨੀਆ ਦੇ ਵਿੱਚ ਇਹ ਸੰਦੇਸ਼ ਫੈਲਾਉਣ ਤੇ ਹੀ ਲਾ ਦਿੱਤੀ ਕਿ ਆਪਾਂ ਜਾਤ ਪਾਤ ਨੂੰ ਖਤਮ ਕਰਨਾ। ਤਾਂ ਇਸ ਲਈ ਉਹਨਾਂ ਦੀ ਲਿਖਤ ਹੈ ਜਿਹੜੀ, ਉਹਦੇ ਵਿੱਚ ਇਹ ਉਪਦੇਸ਼ ਆਪਾਂ ਨੂੰ ਆਮ ਹੀ ਮਿਲਦਾ ਹੈ, ਜਾਤ ਪਾਤ ਨਾ ਪੁੱਛੇ ਕੋਈ, ਹਰ ਕੋ ਭਜੈ ਸੋ ਹਰ ਕਾ ਹੋਈ। ਭਾਵ ਕੋਈ ਜਾਤ ਪਾਤ ਨਹੀਂ ਪੁੱਛਦਾ, ਜੋ ਪਰਮਾਤਮਾ ਦੀ ਭਗਤੀ ਕਰਦਾ ਹੈ, ਭਜਨ ਬੰਦਗੀ ਕਰਦਾ ਹੈ, ਉਹੀ ਪਰਮਾਤਮਾ ਦਾ ਹੁੰਦਾ। ਤਾਂ ਬੇਟਾ ਇਹ ਭਗਤ ਕਬੀਰ ਜੀ ਦਾ ਜਿਹੜਾ ਸੰਦੇਸ਼ ਸੀ, ਇਹ ਅੱਜ ਵੀ ਸਾਡੇ ਸਮਾਜ ਦੇ ਵਿੱਚ ਉਨੀ ਹੀ ਮਾਨਤਾ ਰੱਖਦਾ, ਕਿਉਂਕਿ ਅੱਜ ਵੀ ਸਮਾਜ ਦੇ ਵਿੱਚ ਥੋੜੀ ਬਹੁਤ ਸਾਡੇ ਜਾਤ ਪਾਤ ਹੈ ਜਿਹੜੀ ਉਹ ਪ੍ਰਚਲਿਤ ਹੈ। ਤਾਂ ਭਗਤ ਕਬੀਰ ਨੇ ਆਪਣੀ ਜ਼ਿੰਦਗੀ ਇਹ ਸੰਦੇਸ਼ ਦੇਣ ਤੇ ਲਾਈ ਸੀ ਕਿ ਜਾਤ ਪਾਤ ਕੁਝ ਨਹੀਂ ਹੁੰਦੀ, ਮਨੁੱਖ ਹੈ ਜਿਹੜਾ ਉਹ ਆਪਣੇ ਕਰਮਾਂ ਦੇ ਨਾਲ ਹੀ ਵੱਡਾ ਹੁੰਦਾ ਹੈ। ਹੱਥ ਦੇ ਨਾਲ ਕੀਤੀ ਜਿਹੜੀ ਕਿਰਤ ਹੈ ਉਹ ਹੀ ਕੋਈ ਨਾ ਕੋਈ ਮਾਇਨੇ ਰੱਖਦੀ ਹੈ, ਨਾ ਕੋਈ ਜਾਤ ਪਾਤ। ਕਿਉਂਕਿ ਮਨੁੱਖ ਹੈ ਜਿਹੜਾ ਜਦੋਂ ਜਨਮ ਲੈਂਦਾ ਹੈ ਸਾਰੇ ਇੱਕੋ ਜਿਹੇ ਹੁੰਦੇ ਹੈ। ਇਹ ਤਾਂ ਜਾਤਾਂ ਪਾਤਾਂ ਨੇ ਜਿਹੜੀਆਂ ਇਹ ਅਸੀਂ ਆਪ ਬਣਾਈਆਂ। ਤਾਂ ਭਗਤ ਕਬੀਰ ਦੀਆਂ ਸਿੱਖਿਆਵਾਂ ਜਿਹੜੀਆਂ ਉਹ ਅੱਜ ਵੀ ਸਾਨੂੰ ਰਾਹ ਦਿਖਾਉਂਦੀਆਂ ਨੇ। ਇਹ ਸਾਡਾ ਪਾਠ ਸੀ ਭਗਤ ਕਬੀਰ ਜੀ। ਇਸ ਪਾਠ ਦਾ ਬੇਟਾ ਅਭਿਆਸ ਹੈ ਪਿੱਛੇ, ਤਾਂ ਅਭਿਆਸ ਹੱਲ ਕਰਨ ਤੋਂ ਪਹਿਲਾਂ ਇਹਦਾ ਚੌਥਾ ਪ੍ਰਸ਼ਨ ਹੈ ਔਖੇ ਸ਼ਬਦਾਂ ਦੇ ਅਰਥ। ਉਹ ਸਾਨੂੰ ਪਹਿਲਾਂ ਕਰ ਲੈਣੇ ਚਾਹੀਦੇ ਹੈ, ਕਿਉਂਕਿ ਔਖੇ ਸ਼ਬਦਾਂ ਦੇ ਅਰਥ ਜੇ ਸਾਨੂੰ ਚੰਗੀ ਤਰ੍ਹਾਂ ਨਾਲ ਪਤਾ ਲੱਗ ਗਏ, ਸ਼ਬਦਾਂ ਦੇ ਅਰਥ ਸਮਝ ਆ ਗਏ, ਤਾਂ ਅਸੀਂ ਬਾਕੀ ਦਾ ਅਭਿਆਸ ਆਪਣੇ ਆਪ ਸੌਖੀ ਤਰ੍ਹਾਂ ਨਾਲ ਹੱਲ ਕਰ ਲੈਣਾ। ਤਾਂ ਇਸ ਪਾਠ ਨੂੰ ਪਹਿਲਾਂ ਤੁਸੀਂ ਆਪ ਪੜ੍ਹਨਾ ਹੈ ਇੱਕ ਵਾਰ, ਉਸ ਤੋਂ ਬਾਅਦ ਇਹ ਔਖੇ ਸ਼ਬਦਾਂ ਦੇ ਅਰਥ ਹੈ ਜਿਹੜੇ ਉਹ ਪੜ੍ਹਨੇ ਨੇ। ਮੈਂ ਤੁਹਾਨੂੰ ਦੱਸਦੀ ਹਾਂ ਕਿ ਔਖੇ ਸ਼ਬਦਾਂ ਦੇ ਅਰਥ ਕਿਹੜੇ-ਕਿਹੜੇ ਹੈ। ਪਹਿਲਾ ਹੈ ਨਮੋਸ਼ੀ। ਨਮੋਸ਼ੀ ਦਾ ਅਰਥ ਹੈ ਨਿਰਾਦਰੀ ਜਾਂ ਬਦਨਾਮੀ, ਨਿੰਦਿਆ। ਅੱਗੇ ਹੈ ਲਾਲਸਾ। ਲਾਲਸਾ ਦਾ ਅਰਥ ਹੁੰਦਾ ਹੈ ਇੱਛਾ ਜਾਂ ਚਾਹਤ ਜਾਂ ਕਾਮਨਾ। ਅੱਗੇ ਹੈ ਅਨੋਖਾ। ਅਨੋਖਾ ਦਾ ਅਰਥ ਹੈ ਅਜੀਬ। ਲਗਨ। ਲਗਨ ਦਾ ਅਰਥ ਹੈ ਸ਼ੌਂਕ, ਰੁਚੀ ਜਾਂ ਲਿਵ। ਅੱਗੇ ਬੇਟਾ ਅਗਲਾ ਸ਼ਬਦ ਹੈ ਸ਼ਰਧਾ। ਸ਼ਰਧਾ ਦਾ ਅਰਥ ਹੈ ਭਰੋਸਾ, ਵਿਸ਼ਵਾਸ, ਕਿਸੇ ਵੱਡੇ ਦੇ ਪ੍ਰਤੀ ਮਨ ਵਿੱਚ ਪੈਦਾ ਹੋਣ ਵਾਲਾ ਆਦਰ। ਅਗਲਾ ਸ਼ਬਦ ਹੈ ਕਿਰਤ। ਕਿਰਤ ਤੋਂ ਭਾਵ ਹੈ ਕੰਮਕਾਜ ਜਾਂ ਪੇਸ਼ਾ। ਅੱਗੇ ਹੈ ਦ੍ਰਿੜ। ਦ੍ਰਿੜ ਦਾ ਅਰਥ ਹੈ ਪੱਕਾ। ਰਹਿਨੁਮਾਈ। ਰਹਿਨੁਮਾਈ ਦਾ ਅਰਥ ਹੈ ਰਸਤਾ ਦਿਖਾਉਣ ਵਾਲਾ। ਜੇ ਅਸੀਂ ਇਹ ਸਾਰੇ ਸ਼ਬਦਾਂ ਦੇ ਅਰਥ ਚੰਗੀ ਤਰ੍ਹਾਂ ਨਾਲ ਪੜ੍ਹ ਲਈਏ ਤਾਂ ਪਾਠ ਨੂੰ ਸਮਝਣ ਦੇ ਵਿੱਚ ਸਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ।
ਸਾਰਾ ਪਾਠ ਬੜੀ ਸੌਖੀ ਤਰ੍ਹਾਂ ਦੇ ਨਾਲ ਸਮਝ ਆ ਜਾਂਦਾ ਹੈ। ਇਹ ਪਾਠ ਦੀ ਰਚਨਾ ਹੀ ਇਸ ਢੰਗ ਦੇ ਨਾਲ ਕੀਤੀ ਗਈ ਹੈ ਕਿ ਉਹ ਤੁਹਾਡੀ ਸਮਝ ਦੇ ਅਨੁਸਾਰ ਹੋਵੇ। ਅੱਗੇ ਇਹਦੇ ਪ੍ਰਸ਼ਨ ਉੱਤਰ ਨੇ। ਪਹਿਲਾ ਪ੍ਰਸ਼ਨ ਹੈ, ਕਬੀਰ ਜੀ ਦੇ ਪੈਦਾ ਹੋਣ ਸਮੇਂ ਨੀਵੀਆਂ ਸਮਝੀਆਂ ਜਾਤਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ? ਤਾਂ ਇਹਦਾ ਉੱਤਰ ਹੋਊਗਾ ਬੇਟਾ ਵੀ ਜਦੋਂ ਕਬੀਰ ਜੀ ਪੈਦਾ ਹੋਏ ਤਾਂ ਉਦੋਂ ਜਿਹੜੀਆਂ ਜਾਤਾਂ ਨੂੰ ਸਮਾਜ ਦੇ ਵਿੱਚ ਨੀਵਾਂ ਸਮਝਿਆ ਜਾਂਦਾ ਸੀ, ਉਹਨਾਂ ਦਾ ਜੀਵਨ ਬਹੁਤ ਹੀ ਨਮੋਸ਼ੀ ਵਾਲਾ ਸੀ, ਕਿਉਂਕਿ ਉਹਨਾਂ ਨੂੰ ਪੜ੍ਹਾਈ ਲਿਖਾਈ ਵੀ ਨਹੀਂ ਸੀ ਕਰਨ ਦਿੱਤੀ ਜਾਂਦੀ, ਯਾਨੀ ਕਿ ਉਹਨਾਂ ਤੇ ਬਹੁਤ ਸਾਰੀਆਂ ਬੰਦਿਸ਼ਾਂ ਸੀ। ਅਗਲਾ ਪ੍ਰਸ਼ਨ ਹੈ, ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਆਪਣਾ ਗੁਰੂ ਕਿਸ ਨੂੰ ਬਣਾਇਆ ਤੇ ਕਿਉਂ? ਇਹਦਾ ਉੱਤਰ ਹੈ, ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਪੰਡਤ ਰਾਮਾਨੰਦ ਜੀ ਨੂੰ ਆਪਣਾ ਗੁਰੂ ਬਣਾਇਆ, ਕਿਉਂਕਿ ਰਾਮਾਨੰਦ ਜੀ ਬਹੁਤ ਵੱਡੇ ਵਿਦਵਾਨ ਸਨ ਅਤੇ ਜਾਤ-ਪਾਤ ਨੂੰ ਖਤਮ ਕਰਨ ਦਾ ਪ੍ਰਚਾਰ ਵੀ ਕਰਦੇ ਸਨ। ਹੁਣ ਇਸ ਪ੍ਰਸ਼ਨ ਦੇ ਵਿੱਚ ਦੋ ਪ੍ਰਸ਼ਨ ਹੈ ਨਾ, ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਆਪਣਾ ਗੁਰੂ ਕਿਸ ਨੂੰ ਬਣਾਇਆ ਤੇ ਦੂਸਰਾ ਪ੍ਰਸ਼ਨ ਹੈ ਕਿਉਂ? ਤਾਂ ਅਸੀਂ ਦੋਨਾਂ ਦੇ ਹੀ ਉੱਤਰ ਦੇਣੇ ਹੋਣਗੇ। ਅਗਲਾ ਪ੍ਰਸ਼ਨ ਹੈ, ਕਬੀਰ ਜੀ ਅਨੁਸਾਰ ਸੂਰਮਾ ਕੌਣ ਹੈ? ਤਾਂ ਕਬੀਰ ਜੀ ਦੇ ਅਨੁਸਾਰ ਚੰਗੇ ਅਸੂਲਾਂ ਤੇ ਦ੍ਰਿੜ ਰਹਿਣ ਵਾਲਾ ਹੀ ਅਸਲੀ ਸੂਰਮਾ ਹੈ। ਤਾਂ ਅਗਲਾ ਪ੍ਰਸ਼ਨ ਹੈ, ਇਸ ਪਾਠ ਅਨੁਸਾਰ ਭਗਤ ਕਬੀਰ ਜੀ ਨੇ ਕੀ ਸਿੱਖਿਆ ਦਿੱਤੀ? ਹੁਣ ਇਹ ਪਾਠ ਪੁਸਤਕ ਦੇ ਵਿੱਚ ਸ਼ਾਮਿਲ ਕੀਤਾ ਹੋਇਆ ਪਾਠ, ਇਹਦੇ ਵਿੱਚ ਸਾਨੂੰ ਕੀ ਸਿੱਖਿਆ ਦਿੱਤੀ ਹੋਈ ਮਿਲਦੀ ਹੈ? ਭਗਤ ਕਬੀਰ ਜੀ ਨੇ ਸਿੱਖਿਆ ਦਿੱਤੀ ਕਿ ਜਾਤ ਪਾਤ ਨਾਲ ਕੋਈ ਮਨੁੱਖ ਉੱਚਾ ਜਾਂ ਨੀਵਾਂ ਨਹੀਂ ਹੁੰਦਾ। ਜੋ ਮਨੁੱਖ ਪਰਮਾਤਮਾ ਦਾ ਨਾਮ ਲੈਂਦਾ ਹੈ ਤੇ ਹੱਥਾਂ ਨਾਲ ਕਿਰਤ ਕਰਦਾ ਹੈ, ਉਹ ਹੀ ਸਭ ਤੋਂ ਉੱਚਾ ਹੈ। ਅਗਲਾ ਪ੍ਰਸ਼ਨ ਬੇਟਾ ਖਾਲੀ ਥਾਵਾਂ ਭਰਨੀਆਂ ਨੇ। ਕੁਝ ਖਾਲੀ ਛੱਡੇ ਹੋਏ ਸਥਾਨ ਹੈ, ਉਹਨਾਂ ਦੇ ਉੱਤੇ ਤੁਸੀਂ ਦੱਸਣਾ ਹੈ ਕਿ ਕਿਹੜਾ ਢੁਕਵਾਂ ਅੱਖਰ ਭਰਿਆ ਜਾਊਗਾ। ਇਹਦੇ ਵਿੱਚ ਪਹਿਲਾ ਹੈ, ਭਗਤ ਕਬੀਰ ਜੀ ਦੇ ਮਾਤਾ ਪਿਤਾ ਡੈਸ਼ ਬੁਣਨ ਦਾ ਕੰਮ ਕਰਦੇ ਸਨ। ਤਾਂ ਕੀ ਬੁਣਦੇ ਸੀ ਉਹ? ਕੱਪੜਾ। ਇਹਦੇ ਵਿੱਚ ਕੱਪੜਾ ਭਰਾਂਗੇ ਆਪਾਂ। ਅੱਗੇ ਹੈ, ਕਾਸ਼ੀ ਵਿੱਚ ਪੰਡਤ ਡੈਸ਼ ਬੜੇ ਵੱਡੇ ਵਿਦਵਾਨ ਸਨ। ਡੈਸ਼ ਭਾਵ ਖਾਲੀ ਥਾਂ ਹੈ ਜਿਹੜੀ, ਉਹ ਪੁੱਛਦੀ ਹੈ ਕਿ ਕੌਣ ਸੀ ਵੱਡੇ ਵਿਦਵਾਨ? ਤਾਂ ਨਾਂ ਹੈ ਵਿਦਵਾਨ ਦਾ ਰਾਮਾਨੰਦ। ਅਗਲਾ ਹੈ, ਉੱਠ ਭਾਈ, ਫਿਰ ਖਾਲੀ ਸਥਾਨ ਹੈ। ਤਾਂ ਕੀ ਕਿਹਾ ਸੀ ਰਾਮਾਨੰਦ ਜੀ ਨੇ? ਉੱਠ ਭਾਈ ਰਾਮ ਕਹਿ। ਤਾਂ ਇਹ ਅਸੀਂ ਇੱਥੇ ਲਿਖ ਦੇਣਾ। ਉਸ ਤੋਂ ਅੱਗੇ ਹੈ, ਰਾਮਾਨੰਦ ਜੀ ਕਬੀਰ ਜੀ ਡੈਸ਼ ਤੇ ਡੈਸ਼ ਤੋਂ ਬਹੁਤ ਪ੍ਰਭਾਵਿਤ ਹੋਏ। ਹੁਣ ਰਾਮਾਨੰਦ ਜੀ ਕਬੀਰ ਦੀ ਕਿਸ ਤੋਂ ਪ੍ਰਭਾਵਿਤ ਹੋਏ ਸੀ? ਲਗਨ ਤੇ ਸ਼ਰਧਾ ਤੋਂ। ਪਹਿਲੇ ਖਾਲੀ ਸਥਾਨ 'ਚ ਲਗਨ ਤੇ ਦੂਸਰੀ ਦੇ ਵਿੱਚ ਸ਼ਰਧਾ ਆਵੇਗਾ। ਅੱਗੇ ਹੈ, ਕਬੀਰ ਜੀ ਨੇ ਹਮੇਸ਼ਾ ਹੀ ਡੈਸ਼ ਅਤੇ ਰੱਬ ਵਿੱਚ ਡੈਸ਼ ਰੱਖਣ ਦਾ ਉਪਦੇਸ਼ ਦਿੱਤਾ। ਹੁਣ ਇਹਦੇ ਵਿੱਚ ਵੀ ਦੋ ਖਾਲੀ ਸਥਾਨ ਹੈ, ਤਾਂ ਉਹਨਾਂ ਦੇ ਵਿੱਚ ਕੀ ਆਊਗਾ ਕਿ ਕੀ ਉਪਦੇਸ਼ ਦਿੱਤਾ ਸੀ ਉਹਨਾਂ ਨੇ? ਨੇਕ ਕਰਨੀ ਤੇ ਰੱਬ ਵਿੱਚ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ। ਇਹ ਖਾਲੀ ਸਥਾਨ ਸੀਗੇ ਇਸ ਪਾਠ ਦੇ ਅਭਿਆਸ ਦੇ। ਉਸ ਤੋਂ ਅੱਗੇ ਹੈ ਬੇਟਾ ਵਾਕਾਂ ਦੇ ਵਿੱਚ ਵਰਤੋਂ। ਕੁਝ ਸ਼ਬਦ ਦਿੱਤੇ ਨੇ ਸਾਨੂੰ, ਅਸੀਂ ਇਹਨਾਂ ਦੇ ਵਾਕ ਬਣਾਉਣੇ ਹੈ। ਮੈਂ ਤੁਹਾਨੂੰ ਵਾਕ ਬਣਾ ਕੇ ਦੱਸ ਦਿੰਨੀ ਹੈ, ਪਰ ਤੁਸੀਂ ਵਾਕ ਆਪਣੀ ਮਰਜ਼ੀ ਦੇ ਵੀ ਬਣਾ ਸਕਦੇ ਹੋ। ਸਿਰਫ ਇਹ ਸ਼ਬਦ ਵਾਕ ਦੇ ਵਿੱਚ ਵਰਤਿਆ ਹੋਣਾ ਚਾਹੀਦਾ, ਤਾਂ ਵਾਕ ਤੁਹਾਡਾ ਆਪਣਾ ਵੀ ਹੋ ਸਕਦਾ। ਜਿਵੇਂ ਪਹਿਲਾ ਹੈ ਗਿਆਨ, ਤਾਂ ਗਿਆਨ ਤੋਂ ਅਸੀਂ ਵਾਕ ਬਣਾ ਸਕਦੇ ਹਾਂ ਕਿ ਅਸੀਂ ਸਕੂਲ ਦੇ ਵਿੱਚ ਗਿਆਨ ਪ੍ਰਾਪਤ ਕਰਨ ਲਈ ਜਾਂਦੇ ਹਾਂ। ਅੱਗੇ ਹੈ ਸੂਰਮਾ। ਸੂਰਮਾ ਦਾ ਵਾਕ ਅਸੀਂ ਬਣਾ ਸਕਦੇ ਹਾਂ, ਅਸੂਲਾਂ ਤੇ ਦ੍ਰਿੜ ਰਹਿਣ ਵਾਲਾ ਵਿਅਕਤੀ ਹੀ ਅਸਲ ਸੂਰਮਾ ਹੈ। ਤੀਸਰਾ ਹੈ ਵਿਦਵਾਨ, ਤਾਂ ਕਾਸ਼ੀ ਵਿੱਚ ਪੰਡਤ ਰਾਮਾਨੰਦ
ਕਬੀਰ ਜੀ ਦੇ ਸਮੇਂ ਬਹੁਤ ਵੱਡੇ ਵਿਦਵਾਨ ਸਨ। ਸ਼ਾਗਿਰਦ ਹੁੰਦਾ ਬੇਟਾ ਚੇਲਾ ਜਿਹੜਾ ਸਿੱਖਿਆ ਪ੍ਰਾਪਤ ਕਰਦਾ। ਤਾਂ ਕਬੀਰ ਜੀ ਰਾਮਾਨੰਦ ਜੀ ਦੇ ਸ਼ਾਗਿਰਦ ਸਨ। ਉਪਦੇਸ਼, ਕਬੀਰ ਜੀ ਨੇ ਸਾਨੂੰ ਸਾਰਿਆਂ ਨੂੰ ਜਾਤ ਪਾਤ ਦੇ ਭੇਦਭਾਵ ਤੋਂ ਉੱਚਾ ਉੱਠਣ ਦਾ ਉਪਦੇਸ਼ ਦਿੱਤਾ। ਤਾਂ ਇਹਨਾਂ ਸ਼ਬਦਾਂ ਦੇ ਪੰਜਾਂ ਦੇ ਜੇ ਤੁਹਾਨੂੰ ਅਰਥ ਸਮਝ ਆਉਂਦੇ ਹੈ ਤਾਂ ਤੁਸੀਂ ਇਹਨਾਂ ਦੇ ਵਾਕ ਆਪਣੇ ਹਿਸਾਬ ਦੇ ਨਾਲ ਬਣਾ ਸਕਦੇ ਹੋ। ਉਸ ਤੋਂ ਬਾਅਦ ਔਖੇ ਸ਼ਬਦਾਂ ਦੇ ਅਰਥ ਅਸੀਂ ਪਹਿਲਾਂ ਕਰ ਲਏ ਸੀ। ਅਗਲਾ ਪ੍ਰਸ਼ਨ ਬੇਟਾ ਵਾਕਾਂ ਵਿੱਚ ਠੀਕ ਤੇ ਗਲਤ ਦੀ ਚੋਣ ਕਰਨ ਬਾਰੇ ਹੈ। ਵਾਕ ਹੈ ਜਿਹੜੇ ਉਹ ਸਾਨੂੰ ਦਿੱਤੇ ਹੋਏ ਹੈ, ਉਹਨਾਂ ਵਿੱਚੋਂ ਅਸੀਂ ਇਹ ਦੱਸਣਾ ਹੈ ਕਿ ਕਿਹੜਾ ਵਾਕ ਠੀਕ ਹੈ ਤੇ ਕਿਹੜਾ ਵਾਕ ਗਲਤ ਹੈ। ਪਹਿਲਾ ਵਾਕ ਹੈ ਕਬੀਰ ਜੀ ਦੇ ਮਾਤਾ ਪਿਤਾ ਦੁਕਾਨਦਾਰ ਸਨ। ਇਹ ਵਾਕ ਗਲਤ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਉਹ ਕੀ ਕਰਦੇ ਸੀ, ਕੱਪੜਾ ਬੁਣਨ ਦਾ ਕੰਮ ਕਰਦੇ ਸੀ। ਅਗਲਾ ਹੈ ਕਾਸ਼ੀ ਵਿੱਚ ਪੰਡਤ ਰਾਮਾਨੰਦ ਜੀ ਬੜੇ ਵੱਡੇ ਵਿਦਵਾਨ ਸਨ। ਇਹ ਸਹੀ ਹੈ ਵਾਕ। ਤੀਸਰਾ ਵਾਕ ਹੈ ਕਬੀਰ ਜੀ ਨੇ ਆਪਣੇ ਆਪ ਨੂੰ ਰਾਮਾਨੰਦ ਜੀ ਦਾ ਸ਼ਾਗਿਰਦ ਕਹਿਣਾ ਸ਼ੁਰੂ ਕਰ ਦਿੱਤਾ। ਇਹ ਵੀ ਵਾਕ ਸਹੀ ਹੈ। ਜਦੋਂ ਉਹ ਨਹੀਂ ਮੰਨਦੇ ਸੀ ਤਾਂ ਉਹ ਉਹਨਾਂ ਦੇ ਰਾਹ ਦੇ ਵਿੱਚ ਪੈ ਗਏ ਸੀ। ਜਦੋਂ ਉਹਨਾਂ ਨੇ ਕਿਹਾ ਉੱਠ ਭਾਈ ਰਾਮ ਕਹਿ, ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਰਾਮਾਨੰਦ ਜੀ ਦਾ ਸ਼ਾਗਿਰਦ ਕਹਿਣਾ ਸ਼ੁਰੂ ਕਰਤਾ। ਇਹ ਪੰਜ ਸਾਡਾ ਜਿਹੜਾ ਪਾਠ ਹੈ ਉਸ ਦੇ ਨਾਲ ਸੰਬੰਧਿਤ ਪ੍ਰਸ਼ਨ ਨੇ। ਉਸ ਤੋਂ ਬਾਅਦ ਵਾਲਾ ਪ੍ਰਸ਼ਨ ਹੈ ਜਿਹੜਾ ਉਹ ਸਾਡਾ ਵਿਆਕਰਨ ਦੇ ਨਾਲ ਸੰਬੰਧਿਤ ਹੈ। ਹੁਣ ਆਪਾਂ ਨਾਲ ਜਮਾਤ ਦੇ ਵਿੱਚ ਵਿਆਕਰਨ ਵੀ ਪੜ੍ਹਦੇ ਹਾਂ। ਉਹਦੇ ਵਿੱਚ ਅਸੀਂ ਨਾਮ, ਪੜਨਾਮ, ਵਿਸ਼ੇਸ਼ਣ ਤੇ ਕਿਰਿਆ ਹੁਣ ਤੱਕ ਜਾਣ ਚੁੱਕੇ ਹਾਂ ਕਿ ਨਾਮ ਕੀ ਹੁੰਦਾ ਹੈ, ਪੜਨਾਮ ਕੀ ਹੁੰਦਾ ਹੈ, ਵਿਸ਼ੇਸ਼ਣ ਕੀ ਹੁੰਦਾ ਹੈ, ਕਿਰਿਆ ਕੀ ਹੁੰਦੀ ਹੈ। ਫਿਰ ਵੀ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸਦੀ ਹਾਂ ਕਿ ਬੇਟਾ ਆਸੇ-ਪਾਸੇ ਵਾਲੀਆਂ ਜਿਹੜੀਆਂ ਸਾਨੂੰ ਚੀਜ਼ਾਂ, ਵਸਤਾਂ ਦਿਖਾਈ ਦਿੰਦੀਆਂ ਨੇ, ਕੁਝ ਘਟਨਾਵਾਂ ਨੇ, ਵਿਅਕਤੀ ਹੈ, ਉਹਨਾਂ ਦੇ ਨਾਮ ਹੈ ਜਿਹੜੇ ਉਹਨਾਂ ਨੂੰ ਅਸੀਂ ਨਾਮ ਵਿਆਕਰਨ ਦੀ ਸ਼੍ਰੇਣੀ 'ਚ ਰੱਖਦੇ ਹਾਂ। ਇਹਨਾਂ ਨਾਵਾਂ ਦੀ ਥਾਂ ਤੇ ਜਿਹੜੇ ਸ਼ਬਦ ਵਰਤੇ ਜਾਂਦੇ ਹੈ ਉਹਨਾਂ ਨੂੰ ਅਸੀਂ ਪੜਨਾਮ ਕਹਿੰਦੇ ਹਾਂ। ਤੇ ਇਹਨਾਂ ਦੀ ਵਿਸ਼ੇਸ਼ਤਾ ਜਿਹੜੇ ਸ਼ਬਦ ਦਰਸਾਉਂਦੇ ਹੈ ਉਹ ਵਿਸ਼ੇਸ਼ਣ ਹੁੰਦੇ ਹੈ। ਤਾਂ ਕਿਸੇ ਕੰਮਕਾਰ ਨੂੰ ਪ੍ਰਗਟਾਉਂਦੇ ਹੋਏ ਸ਼ਬਦ ਵਾਕ ਦੇ ਵਿੱਚ ਕਿਰਿਆ ਅਖਵਾਉਂਦੇ ਹੈ। ਇਹ ਹੁਣ ਅਸੀਂ ਇਸ ਪਹਿਰੇ ਦੇ ਵਿੱਚੋਂ ਇਹਨਾਂ ਸ਼ਬਦਾਂ ਦੀ ਚੋਣ ਕਰਨੀ ਹੈ ਕਿ ਨਾਮ, ਪੜਨਾਮ, ਵਿਸ਼ੇਸ਼ਣ ਤੇ ਕਿਰਿਆ ਸ਼ਬਦ ਕਿਹੜੇ-ਕਿਹੜੇ ਹੈ। ਇਹਦੇ ਵਿੱਚ ਪਹਿਲੀ ਸਤਰ ਹੈ ਕਬੀਰ ਜੀ ਦਾ ਜਨਮ 15ਵੀਂ ਸਦੀ ਦੇ ਵਿੱਚ ਹੋਇਆ। ਤਾਂ ਇਹਦੇ ਵਿੱਚ ਨਾਮ ਹੋ ਗਏ ਬੇਟਾ ਕਬੀਰ, ਸਦੀ। ਤਾਂ ਇਸ ਦੇ ਵਿੱਚ ਵਿਸ਼ੇਸ਼ਣ ਹੋ ਗਿਆ 15ਵੀਂ, ਕਿਰਿਆ ਹੋ ਗਿਆ ਹੋਇਆ। ਇਸ ਤਰ੍ਹਾਂ ਨਾਲ ਇਹ ਸਾਰਾ ਪਹਿਰਾ ਹੈ ਜਿਹੜਾ ਮੈਂ ਤੁਹਾਨੂੰ ਇੱਕ ਵਾਰ ਪੜ੍ਹ ਕੇ ਦੱਸਦੀ ਹਾਂ। ਆਪ ਦੇ ਮਾਤਾ ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਇਹ ਉਹ ਸਮਾਂ ਸੀ ਜਦੋਂ ਜਾਤ ਪਾਤ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀ। ਨੀਵੀਆਂ ਜਾਤਾਂ ਦੇ ਲੋਕਾਂ ਨੂੰ ਬੜੀ ਨਮੋਸ਼ੀ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸੀ। ਇਹਨਾਂ ਨੂੰ ਪੜ੍ਹਾਈ ਲਿਖਾਈ ਨਹੀਂ ਸੀ ਕਰਨ ਦਿੱਤੀ ਜਾਂਦੀ, ਨਾ ਹੀ ਕੋਈ ਇਹਨਾਂ ਨੂੰ ਸਿੱਖਿਆ ਦੇਣ ਲਈ ਤਿਆਰ ਸੀ। ਤਾਂ ਇਹ ਸਾਰੇ ਪਹਿਰੇ ਦੇ ਵਿੱਚ ਕਿਹੜੇ-ਕਿਹੜੇ ਨਾਮ ਹੋ ਸਕਦੇ ਆ ਮੈਂ ਤੁਹਾਨੂੰ ਦੱਸਦੀ ਹਾਂ। ਫਿਰ ਤੁਸੀਂ ਆਪ ਵੀ ਕੋਸ਼ਿਸ਼ ਕਰਨੀ ਹੈ ਲੱਭਣ ਦੀ ਕਿ ਇਹਨਾਂ ਤੋਂ ਇਲਾਵਾ ਕੋਈ ਹੋਰ ਤਾਂ ਨਹੀਂ ਰਹਿ ਤਾਂ ਨਹੀਂ ਗਿਆ ਕੋਈ। ਇਹਨਾਂ ਵਿੱਚ ਨਾਮ ਹੋ ਸਕਦੇ ਆ ਬੇਟਾ ਕਬੀਰ, ਸਦੀ, ਮਾਤਾ ਪਿਤਾ, ਕੱਪੜਾ, ਲੋਕਾਂ, ਪੜ੍ਹਾਈ ਲਿਖਾਈ, ਸਿੱਖਿਆ, ਨਮੋਸ਼ੀ, ਇਹ ਸਾਰੇ ਨਾਮ ਸ਼ਬਦ ਹੈ। ਅੱਗੇ ਪੜਨਾਮ, ਪੜਨਾਮ ਇਹਦੇ ਵਿੱਚ ਹੋ ਸਕਦੇ ਹੈ ਆਪ, ਇਹ, ਇਹਨਾਂ। ਵਿਸ਼ੇਸ਼ਣ ਹੋ ਸਕਦੇ ਹੈ 15ਵੀਂ,
ਉਹ, ਨੀਵੀਆਂ, ਬੜੀ। ਕਿਰਿਆ ਸ਼ਬਦ ਨੇ ਹੋਇਆ, ਬੁਣਨ, ਕਰਦੇ ਸਨ, ਕੀਤਾ ਜਾਂਦਾ, ਕਰਨਾ ਪੈਂਦਾ, ਦਿੱਤੀ ਜਾਂਦੀ, ਦੇਣ। ਤਾਂ ਵਿਆਕਰਨ ਦੇ ਵਿੱਚ ਇਸ ਤਰ੍ਹਾਂ ਨਾਲ ਸ਼ਬਦ ਚੋਣ ਕਰਨ ਸਮੇਂ ਸਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਹੈ। ਇੱਕ ਸਤਰ ਨੂੰ ਪੜ੍ਹ ਕੇ ਜੇ ਅਸੀਂ ਉਸ ਦੇ ਵਿੱਚੋਂ ਪਹਿਲਾਂ ਨਾਮ ਚੁਣ ਕੇ ਲਿਖ ਲਈਏ, ਫਿਰ ਉਸ ਸਤਰ ਦੇ ਵਿੱਚੋਂ ਅਸੀਂ ਪੜਨਾਮ ਚੁਣੀਏ, ਫਿਰ ਵਿਸ਼ੇਸ਼ਣ, ਫਿਰ ਕਿਰਿਆ, ਤਾਂ ਸਾਨੂੰ ਸੌਖੀ ਤਰ੍ਹਾਂ ਨਾਲ ਅਸੀਂ ਇਸ ਨੂੰ ਹੱਲ ਕਰ ਸਕਦੇ ਹਾਂ। ਸਾਰੇ ਪੈਰੇ ਦੇ ਵਿੱਚੋਂ ਪਹਿਲਾਂ ਇਕੱਲੇ ਨਾਵਾਂ ਦੀ ਚੋਣ ਥੋੜਾ ਜਿਹਾ ਵਿਦਿਆਰਥੀ ਨੂੰ ਉਲਝਾ ਦਿੰਦੀ ਹੈ, ਜਾਂ ਸਾਰੇ ਪੜਨਾਵਾਂ ਦੀ ਚੋਣ। ਤਾਂ ਇਹ ਚੋਣ ਕਰਨੀ ਤੁਹਾਡੇ ਲਈ ਬਹੁਤ ਹੀ ਸੌਖੀ ਹੋ ਜਾਊਗੀ ਜੇ ਤੁਸੀਂ ਚੋਣ ਕਰਨ ਤੋਂ ਪਹਿਲਾਂ ਇੱਕ ਵਾਰ ਨਾਮ, ਪੜਨਾਮ, ਵਿਸ਼ੇਸ਼ਣ ਤੇ ਕਿਰਿਆ, ਇਹਨਾਂ ਦੀ ਪਰਿਭਾਸ਼ਾ ਤੇ ਇਹਨਾਂ ਦੀਆਂ ਉਦਾਹਰਨਾਂ ਨੂੰ ਪੜ੍ਹ ਲਵੋ। ਤਾਂ ਉਹ ਪੜ੍ਹਨ ਤੋਂ ਬਾਅਦ ਸਾਨੂੰ ਇਹਨਾਂ ਦੀ ਪਹਿਚਾਣ ਦੇ ਵਿੱਚ ਕੋਈ ਦੁਬਿਧਾ ਨਹੀਂ ਰਹਿੰਦੀ। ਹਰ ਪਾਠ ਦੇ ਵਿੱਚ ਹੀ ਸਾਨੂੰ ਇੱਕ ਪੈਰਾ ਜ਼ਰੂਰ ਚੁਣ ਲੈਣਾ ਚਾਹੀਦਾ ਹੈ, ਜਿਸ ਦੇ ਵਿੱਚੋਂ ਅਸੀਂ ਭਾਸ਼ਾ ਦੀਆਂ ਇਹ ਇਕਾਈਆਂ ਨਾਮ, ਪੜਨਾਮ, ਕਿਰਿਆ ਤੇ ਵਿਸ਼ੇਸ਼ਣ ਦੀ ਚੋਣ ਦਾ ਅਭਿਆਸ ਕਰਦੇ ਰਹੀਏ। ਜੇਕਰ ਅਸੀਂ ਇਸ ਤਰ੍ਹਾਂ ਨਾਲ ਲਗਾਤਾਰ ਕਰਦੇ ਰਹਾਂਗੇ ਤਾਂ ਸਾਨੂੰ ਇਹ ਵਿਆਕਰਨ ਵਿਸ਼ਾ ਹੈ ਜਿਹੜਾ ਉਹ ਬੋਝਲ ਨਹੀਂ ਲੱਗਦਾ, ਅਕਾਊ ਨਹੀਂ ਲੱਗਦਾ, ਸਗੋਂ ਇਸ ਦੇ ਵਿੱਚ ਸਾਡੀ ਦਿਲਚਸਪੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਤਾਂ ਇਹ ਸਾਰਾ ਪਾਠ ਹੈ, ਉਸ ਦਾ ਆਪ ਵੀ ਬੇਟਾ ਤੁਸੀਂ ਅਭਿਆਸ ਕਰਨਾ ਹੈ। ਤੁਸੀਂ ਆਪ ਸਾਰੇ ਪਾਠ ਨੂੰ ਇੱਕ ਦੇ ਵਾਰ ਪੜ੍ਹ ਕੇ ਦੇਖਣਾ ਹੈ। ਜਮਾਤ ਦੇ ਵਿੱਚ ਅਧਿਆਪਕ ਵੀ ਤੁਹਾਨੂੰ ਪੜ੍ਹਾਊਗਾ। ਹੁਣ ਤੁਸੀਂ ਜਦੋਂ ਜਮਾਤ ਦੇ ਵਿੱਚ ਤੁਸੀਂ ਇਹ ਪਾਠ ਪੜ੍ਹ ਲਿਆ ਤਾਂ ਆਪਣੇ ਆਪ ਹੀ ਬਿਨਾਂ ਯਾਦ ਕੀਤੇ ਵੀ ਤੁਸੀਂ ਅਭਿਆਸ ਦੇ ਪ੍ਰਸ਼ਨਾਂ ਦਾ ਉੱਤਰ ਆਸਾਨੀ ਨਾਲ ਦੇ ਸਕਦੇ ਹੋ। ਪਰ ਉਹਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪ ਇੱਕ ਵਾਰ ਜ਼ਰੂਰ ਇਸ ਪਾਠ ਨੂੰ ਪੜ੍ਹੋ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਸਮਝਣ ਲਈ ਔਖੇ ਸ਼ਬਦਾਂ ਦੇ ਅਰਥਾਂ ਦਾ ਅਭਿਆਸ ਕਰਨਾ ਵੀ ਜ਼ਰੂਰੀ ਹੈ। ਆਮ ਤੌਰ ਤੇ ਅਸੀਂ ਇਹ ਸਮਝ ਲੈਂਦੇ ਹਾਂ ਕਿ ਇਹ ਸਾਨੂੰ ਪੇਪਰ ਦੇ ਵਿੱਚ ਉਸ ਤਰ੍ਹਾਂ ਨਾਲ ਪੁੱਛੇ ਨਹੀਂ ਜਾਂਦੇ, ਇਹਨਾਂ ਦੇ ਕੋਈ ਨੰਬਰ ਨਹੀਂ ਮਿਲਣੇ, ਤਾਂ ਇਹ ਕਰਨ ਦੀ ਲੋੜ ਨਹੀਂ। ਬਲਕਿ ਇਹ ਅਭਿਆਸ ਦਾ ਸਭ ਤੋਂ ਜ਼ਰੂਰੀ ਹਿੱਸਾ ਹੁੰਦਾ, ਕਿਉਂਕਿ ਜੇ ਇੱਕ ਵਾਰ ਅਸੀਂ ਇਹਦਾ ਅਭਿਆਸ ਕਰ ਲਈਏ ਤਾਂ ਇਹਨਾਂ ਦੀ ਵਰਤੋਂ ਸਿਰਫ ਅਸੀਂ ਇਸ ਪਾਠ ਦੇ ਵਿੱਚ ਹੀ ਨਹੀਂ, ਅਸੀਂ ਹਰ ਜਗ੍ਹਾ, ਹਰ ਵਿਸ਼ੇ ਦੇ ਵਿੱਚ ਜਿਹੜਾ ਅਸੀਂ ਪੰਜਾਬੀ ਦੇ ਵਿੱਚ ਪੜ੍ਹਦੇ ਹਾਂ ਉੱਥੇ ਇਹਨਾਂ ਦੀ ਵਰਤੋਂ ਕਰ ਸਕਦੇ ਹਾਂ, ਇਹਨਾਂ ਸ਼ਬਦਾਂ ਦੀ। ਕਿਉਂਕਿ ਕਈ ਵਾਰ ਅਸੀਂ ਉਹਨਾਂ ਸ਼ਬਦਾਂ ਨੂੰ ਛੱਡ ਹੀ ਦਿੰਦੇ ਹਾਂ ਜਿਨ੍ਹਾਂ ਦੀ ਸਾਨੂੰ ਸਮਝ ਨਹੀਂ ਹੁੰਦੀ। ਜੇਕਰ ਇਹਨਾਂ ਨੂੰ ਸਮਝ ਕੇ ਔਖੇ ਸ਼ਬਦਾਂ ਦੇ ਅਰਥਾਂ ਨੂੰ ਅਸੀਂ ਥਾਂ-ਥਾਂ ਇਹਨਾਂ ਦੀ ਵਰਤੋਂ ਕਰੀਏ ਤਾਂ ਸਾਡੀ ਭਾਸ਼ਾ ਹੈ ਜਿਹੜੀ ਉਹ ਬਹੁਤ ਵਧੀਆ ਬਣ ਜਾਂਦੀ ਹੈ, ਸਾਡੀ ਸ਼ੈਲੀ ਵਧੀਆ ਬਣ ਜਾਂਦੀ ਹੈ। ਉਸ ਦੇ ਨਾਲ ਅਸੀਂ ਆਪ ਵੀ ਹੌਲੀ-ਹੌਲੀ ਅਭਿਆਸ ਦੇ ਨਾਲ ਸਾਹਿਤ ਸਿਰਜਣਾ ਕਰਨ ਲੱਗ ਜਾਂਦੇ ਹਾਂ। ਜਾਂ ਅਸੀਂ ਕਿਸੇ ਲੇਖ ਦੀ ਜਾਂ ਅਣਡਿੱਠੇ ਪੈਰੇ ਦੀ ਜੇ ਰਚਨਾ ਕਰਨੀ ਹੋਵੇ ਤਾਂ ਉਹ ਸਾਡੇ ਲਈ ਕੋਈ ਔਖਾ ਕਾਰਜ ਨਹੀਂ ਰਹਿੰਦਾ, ਉਹਦਾ ਅਸੀਂ ਬੜੀ ਸੌਖੀ ਤਰ੍ਹਾਂ ਦੇ ਨਾਲ ਅਭਿਆਸ ਕਰ ਲੈਂਦੇ ਹਾਂ। ਇੱਕ ਬੇਟਾ ਇਹ ਵੀ ਜ਼ਰੂਰੀ ਹੈ ਕਿ ਅਸੀਂ ਭਗਤ ਕਬੀਰ ਜੀ ਬਾਰੇ ਇਸ ਪਾਠ ਦੇ ਵਿੱਚ ਜੀਵਨੀ ਰੂਪ ਦੇ ਵਿੱਚ ਪੜ੍ਹ ਲਿਆ। ਅਸੀਂ ਇਹ ਜਾਣ ਲਿਆ ਕਿ ਭਗਤ ਕਬੀਰ ਜੀ ਉਸ ਸਮਾਜ ਦੇ ਵਿੱਚ ਰਹਿੰਦੇ ਸੀ ਜਿਸ ਸਮਾਜ ਦੇ ਵਿੱਚ ਉਸ ਸਮੇਂ ਜਾਤ ਪਾਤ ਦੀ ਜਿਹੜੀ ਬੁਰਾਈ ਹੈ ਉਹ ਪ੍ਰਚਲਿਤ ਸੀ। ਕਈ ਜਾਤਾਂ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਸੀ, ਨੀਵਾਂ ਸਮਝਿਆ ਜਾਂਦਾ ਸੀ। ਕਈ ਜਾਤਾਂ ਜਿਹੜੀਆਂ ਉਹਨਾਂ ਨੂੰ ਉੱਚਾ ਸਮਝਿਆ ਜਾਂਦਾ ਸੀ ਤੇ ਉਹਨਾਂ ਨਾਲ ਕਿੰਨਾ ਵਿਤਕਰਾ ਕੀਤਾ ਜਾਂਦਾ ਸੀ। ਤਾਂ ਅਸੀਂ ਇਹ ਬਹੁਤ ਸਾਰੇ ਵਿਅਕਤੀਆਂ ਦੇ ਜੀਵਨ ਬਾਰੇ, ਮਹਾਨ ਲੋਕਾਂ ਦੇ ਜੀਵਨ ਬਾਰੇ ਜਦੋਂ ਅਸੀਂ ਪੜ੍ਹਾਂਗੇ ਤਾਂ ਇਹ ਗੱਲ ਅਸੀਂ ਆਮ ਹੀ ਪੜ੍ਹਦੇ ਹਾਂ। ਤੁਸੀਂ ਡਾਕਟਰ ਭੀਮ ਰਾਓ ਅੰਬੇਦਕਰ ਬਾਰੇ ਤਾਂ ਸੁਣਿਆ ਹੀ ਹੋਣਾ। ਉਹਨਾਂ ਬਾਰੇ ਵੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹਨਾਂ ਦੇ ਸਮੇਂ ਵੀ ਬੇਟਾ ਇਹ ਸਮਾਜ ਦੇ ਵਿੱਚ ਛੂਤ ਛਾਤ ਜਾਂ ਜਾਤ ਪਾਤ ਦੀ ਭਾਵਨਾ ਬਹੁਤ ਪ੍ਰਚਲਿਤ ਸੀ। ਤਾਂ ਇਸ ਗੱਲ ਨੂੰ ਵੀ ਅਸੀਂ ਧਿਆਨ 'ਚ ਰੱਖਣਾ ਹੈ ਕਿ ਸਾਡਾ ਸਮਾਜ ਹੈ ਜਿਹੜਾ ਉਹ ਹੁਣ ਕਿੰਨਾ ਸੋਹਣਾ ਹੋ ਗਿਆ। ਅਸੀਂ ਜਮਾਤ ਦੇ ਵਿੱਚ ਇੱਕੋ ਹੀ ਕਮਰੇ ਦੇ ਵਿੱਚ ਸਾਰੀਆਂ ਜਾਤਾਂ ਪਾਤਾਂ ਦੇ ਵਿਅਕਤੀ ਇਕੱਠੇ ਬੈਠਦੇ ਹੈ, ਬੱਚੇ ਇਕੱਠੇ ਬੈਠਦੇ ਹੈ, ਇਕੱਠੇ ਖੇਡਦੇ ਹੈ। ਸਾਡੇ ਮਨ ਦੇ ਵਿੱਚ ਕਦੇ ਇਹ ਭਾਵਨਾ ਆਉਂਦੀ ਹੀ ਨਹੀਂ
ਵੀ ਕਿਹੜੇ ਵਿਅਕਤੀ ਦੀ ਜਾਤ ਹੈ ਜਿਹੜੀ ਉੱਚੀ ਹੈ ਜਾਂ ਨੀਵੀਂ ਹੈ। ਇਹ ਬਹੁਤ ਹੀ ਵਧੀਆ ਗੁਣ ਹੈ। ਸਾਡੇ ਗੁਰੂ ਸਾਹਿਬਾਨ ਜਿੰਨੇ ਵੀ ਭਗਤ ਹੋਏ ਹੈ, ਜਿੰਨੇ ਕੋਈ ਬੇਟਾ ਸਾਨੂੰ ਗਿਆਨ ਦੇਣ ਵਾਲੇ ਮੌਲਵੀ ਨੇ ਜਾਂ ਕੋਈ ਪੰਡਤ ਨੇ, ਸਾਰਿਆਂ ਨੇ ਗਿਆਨ ਇਹੀ ਦਿੱਤਾ ਹੈ ਕਿ ਜਾਤ ਪਾਤ ਹੈ ਜਿਹੜੀ ਉਹ ਸਭ ਤੋਂ ਵੱਡੀ ਬੁਰਾਈ ਹੈ। ਜੇ ਸਾਡੇ ਮਨ ਦੇ ਵਿੱਚ ਥੋੜੀ ਬਹੁਤ ਇਸ ਤਰ੍ਹਾਂ ਦੀ ਭਾਵਨਾ ਹੈ ਵੀ ਤਾਂ ਸਾਨੂੰ ਇਹ